ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੇੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਭਾਰਤੀ ਵਿਦਿਆਰਥੀ ਨਾਲ ਕੈਨੇਡਾ ਵਿੱਚ ਵਾਪਰਿਆ ਹਾਦਸੇ ਵਿੱਚ ਗਈ ਅੰਤਰਰਾਸ਼ਟਰੀ ਵਿਦਿਆਰਥੀ ਦੀ ਜਾਨ। ਸਫ਼ਰ ਕਰਨ ਵਾਲਿਆਂ ਨੂੰ ਮਿਲੀ ਚੇਤਾਵਨੀ, ਵੀਕਐਂਡ ਮੌਕੇ ਹੋਵੇਗੀ ਭੀੜ। ਕੈਨੇਡਾ ਵਿੱਚ ਬੇਸਮੈਂਟ ਲੈਣੀ ਹੋਈ ਮਹਿੰਗੀ, ਕਿਰਾਏ ਵਿੱਚ 15% ਦਾ ਹੋਇਆ ਵਾਧਾ। ਟਰੱਕ ਤੇ ਗੱਡੀ ਦੀ ਟੱਕਰ, 2 ਦੀ ਮੌਕੇ ਤੇ ਹੋਈ ਮੌਤ। ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਨਾਲ ਹਾਦਸਾ ਵਾਪਰਿਆ ਜਿਸ ਕਾਰਨ ਉਸ ਦੀ ਜਾਨ ਚਲੀ ਗਈ। ਇਹ ਅੰਤਰਰਾਸ਼ਟਰੀ ਵਿਦਿਆਰਥੀ ਆਪਣੇ ਸਾਈਕਲ ਦੇ ਉੱਪਰ ਜਾ ਰਿਹਾ ਸੀ ਜਿਸ ਦੌਰਾਨ ਉਸ ਨੂੰ ਪਿਕਅਪ ਟਰੱਕ ਦੀ ਟੱਕਰ ਲੱਗੀ ਅਤੇ ਉਸ ਦੀ ਮੌਤ ਹੋ ਗਈ। ਇਸ ਦੀ ਪਹਿਚਾਣ ਵੀ ਪੁਲਿਸ ਅਧਿਕਾਰੀਆਂ ਵੱਲੋਂ ਜਨਤਕ ਕੀਤੀ ਗਈ ਹੈ। ਕਿ ਇਹ ਪੂਰਾ ਮਾਮਲਾ, ਇਸ ਬਾਰੇ ਹੁਣ ਤੱਕ ਕੀ ਡਿਟੇਲ ਦਿੱਤੀ ਗਈ, ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ਕੈਨੇਡਾ ਤੋਂ ਭਾਰਤੀ ਭਾਈਚਾਰੇ ਦੇ ਨਾਲ ਜੁੜੀ ਹੋਈ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿੱਥੇ ਭਾਰਤੀ ਮੂਲ ਦੇ ਅੰਤਰਰਾਸ਼ਟਰੀ ਵਿਦਿਆਰਥੀ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਸ ਅੰਤਰਰਾਸ਼ਟਰੀ ਵਿਦਿਆਰਥੀ ਦੀ ਉਮਰ 20 ਸਾਲ ਦੇ ਕਰੀਬ ਦੱਸੀ ਗਈ, ਜਿਸ ਦੀ ਮੌਤ ਹੋ ਗਈ। ਇਹ ਮਾਮਲਾ ਟੋਰਾਂਟੋ ਦੇ ਨਾਲ ਜੁੜਿਆ ਹੋਇਆ ਹੈ। ਟੋਰਾਂਟੋ ਵਿੱਚ ਸੜਕ ਹਾਦਸੇ ਦੌਰਾਨ ਭਾਰਤ ਤੋਂ ਆਏ ਅੰਤਰਰਾਸ਼ਟਰੀ ਵਿਦਿਆਰਥੀ ਦੀ ਜਾਨ ਚਲੀ ਗਈ, ਜਿਸ ਦਾ ਨਾਮ ਕਾਰਤਿਕ ਸੈਣੀ ਦੇ ਤੌਰ ਦੇ ਉੱਪਰ ਦੱਸਿਆ ਗਿਆ। ਕਾਰਤਿਕ ਸੈਣੀ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਦੇ ਤੌਰ ਤੇ ਕੈਨੇਡਾ ਆਇਆ। ਉਹ ਸਵੇਰ ਵੇਲੇ ਆਪਣੀ ਸਾਈਕਲ ਨੂੰ ਚਲਾ ਰਿਹਾ ਸੀ। ਇਸ ਦੌਰਾਨ ਪਿਕਅਪ ਟਰੱਕ ਦੇ ਨਾਲ ਉਸ ਦੀ ਟੱਕਰ ਹੋ ਗਈ। ਇਹ ਘਟਨਾ ਤੋਂ ਬਾਅਦ ਉਸਨੇ ਦਮ ਤੋੜ ਦਿੱਤਾ। ਜਾਣਕਾਰੀ ਮੁਤਾਬਕ ਕਾਰਤਿਕ ਭਾਰਤ ਦੇ ਵਿੱਚ ਕਰਨਾਲ ਦਾ ਰਹਿਣ ਵਾਲਾ ਸੀ ਤੇ ਸਾਲ 2021 ਦੌਰਾਨ ਉਹ ਕੈਨੇਡਾ ਵਿੱਚ ਪੜ੍ਹਾਈ ਕਰਨ ਗਿਆ। ਨੌਜਵਾਨ ਕਾਰਤਿਕ ਓਨਟਾਰੀਓ ਦੇ ਸ਼ੈਰਡਨ ਕਾਲਜ ਦਾ ਵਿਦਿਆਰਥੀ ਦੱਸਿਆ ਜਾ ਰਿਹਾ ਹੈ। ਇਹ ਮਾਮਲਾ 4:30 ਦੇ ਕਰੀਬ ਟੋਰਾਂਟੋ ਤੋਂ ਸਾਹਮਣੇ ਆਇਆ, ਜਿੱਥੇ ਬੁੱਧਵਾਰ ਵਾਲੇ ਦਿਨ ਕਾਰਤਿਕ ਦੇ ਨਾਲ ਹਾਦਸਾ ਵਾਪਰਿਆ। ਏਅਰਪੋਰਟ ਦੇ ਰਸਤੇ ਜਾਣ ਵਾਲੇ ਤੇ ਏਅਰਪੋਰਟ ਵੱਲ ਜਾਣ ਵਾਲਿਆਂ ਨੂੰ ਚੇਤਾਵਨੀ ਜਾਰੀ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਵੀਕਐਂਡ ਦੌਰਾਨ ਕਾਫੀ ਜ਼ਿਆਦਾ ਟ੍ਰੈਫਿਕ ਰਹੇਗਾ। ਇਸ ਦਾ ਕਾਰਨ ਹੈ ਬਲੈਕ ਫਰਾਈਡੇ ਸੇਲ। ਇਹ ਸਿਰਫ ਸ਼ੁੱਕਰਵਾਰ ਨਹੀਂ ਬਲਕਿ ਪੂਰੇ ਵੀਕਐਂਡ ਅਜਿਹਾ ਹੀ ਦੇਖਣ ਦੇ ਵਿੱਚ ਆਵੇਗਾ, ਜਿਸ ਬਾਰੇ ਲਗਾਤਾਰ ਟਵਿੱਟਰ ਦੇ ਉੱਪਰ ਵੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਬਲੈਕ ਫਰਾਈਡੇ ਨੂੰ ਧਿਆਨ ਵਿੱਚ ਰੱਖਦਿਆਂ ਇਸ ਵੀਕਐਂਡ ਸਫ਼ਰ ਕਰਨ ਵਾਲਿਆਂ ਨੂੰ ਚੇਤਾਵਨੀ ਦਿੱਤੀ ਗਈ ਹੈ। ਦਰਅਸਲ ਜਿਹੜੇ ਯਾਤਰੀ ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ ਦੇ ਵੱਲ ਜਾ ਰਹੇ ਨੇ, ਉਹਨਾਂ ਨੂੰ ਦੇਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੇ ਪਿੱਛੇ ਕਾਰਨ ਹੈ ਬਲੈਕ ਫਰਾਈਡੇ ਸੇਲਸ। ਦਰਅਸਲ ਆਸ-ਪਾਸ ਦੇ ਆਊਟਲੈਟ ਮਾਲ ਦੇ ਵਿੱਚ ਇਸ ਸਮੇਂ ਸੇਲ ਲੱਗੀ ਹੋਈ ਹੈ, ਜਿਸ ਵਾਸਤੇ ਲੋਕ ਕਾਫੀ ਉਤਸ਼ਾਹਿਤ ਨੇ। ਹੁਣ ਸਿਰਫ ਸ਼ੁੱਕਰਵਾਰ ਹੀ ਨਹੀਂ ਬਲਕਿ ਇਸ ਪੂਰੇ ਵੀਕਐਂਡ ਦੌਰਾਨ ਰਸ਼ ਦੇਖਣ ਨੂੰ ਮਿਲੇਗਾ। ਇਸ ਸਭ ਦੌਰਾਨ ਏਅਰਪੋਰਟ ਅਥਾਰਟੀ ਵੱਲੋਂ ਕਿਹਾ ਗਿਆ ਕਿ ਉਨ੍ਹਾਂ ਵੱਲੋਂ RCMP ਅਤੇ ਟ੍ਰੈਫਿਕ ਮੈਨੇਜਮੈਂਟ ਦੇ ਨਾਲ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ ਤਾਂ ਕਿ ਰਸਤਿਆਂ ਦੇ ਉੱਪਰ ਜ਼ਿਆਦਾ ਭੀੜ ਨਾ ਹੋ ਸਕੇ। ਰਿਚਮੰਡ RCMP ਵੱਲੋਂ ਕਹਿ ਦਿੱਤਾ ਗਿਆ ਕਿ ਉਨ੍ਹਾਂ ਦੀ ਯੋਜਨਾ ਹੈ ਕਿ ਉਨ੍ਹਾਂ ਵੱਲੋਂ ਹੋਰ ਵੀ ਆਫਿਸਰਸ ਨੂੰ ਤਾਇਨਾਤ ਕੀਤਾ ਜਾਵੇ ਤਾਂ ਕਿ ਜੋ ਟ੍ਰੈਫਿਕ ਹੈ ਉਹ ਜ਼ਿਆਦਾ ਨਾ ਇਕੱਠਾ ਹੋਵੇ। ਦੱਸ ਦਈਏ ਕਿ ਜ਼ਿਆਦਾ ਰਸ਼ ਸ਼ੁੱਕਰਵਾਰ, ਸ਼ਨੀਵਾਰ ਤੇ ਐਤਵਾਰ ਵਾਲੇ ਦਿਨ ਹੋ ਸਕਦਾ ਹੈ। ਜ਼ਿਆਦਾ ਟ੍ਰੈਫਿਕ ਉਸ ਵੇਲੇ ਦੇਖਣ ਨੂੰ ਮਿਲੇਗੀ ਜਦੋਂ ਮਾਲ ਖੁੱਲੇਗਾ ਜਾਂ ਫਿਰ ਬੰਦ ਹੋਵੇਗਾ। ਜੇਕਰ ਸਾਫ਼ ਸ਼ਬਦਾਂ ਦੇ ਵਿੱਚ ਗੱਲ ਕਰੀਏ ਤਾਂ ਇਹ ਕਿਹਾ ਜਾ ਰਿਹਾ ਹੈ ਕਿ ਸਵੇਰੇ 8 ਵਜੇ ਤੋਂ 10 ਵਜੇ ਤੇ ਐਤਵਾਰ ਨੂੰ 9 ਵਜੇ ਤੋਂ 9 ਵਜੇ ਤੱਕ ਕਾਫੀ ਜ਼ਿਆਦਾ ਟ੍ਰੈਫਿਕ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਰਿਚਮੰਡ RCMP ਲਗਾਤਾਰ ਟਵਿੱਟਰ ਦੇ ਉੱਪਰ ਵੀ ਅਪਡੇਟ ਸਾਂਝੀ ਕਰ ਰਹੇ ਨੇ, ਜਿੱਥੇ ਦੱਸਿਆ ਜਾ ਰਿਹਾ ਹੈ ਕਿ ਸੜਕਾਂ ਦੇ ਉੱਪਰ ਕਿਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਹੈ। ਇਸ ਸਾਰੇ ਹਾਲਾਤਾਂ ਦੇ ਵਿੱਚ ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ ਅਥਾਰਟੀ ਵੱਲੋਂ ਅਪੀਲ ਕੀਤੀ ਗਈ ਹੈ ਕਿ ਜਿਹੜੇ ਸ਼ਾਪਿੰਗ ਕਰਨ ਆਉਣਗੇ ਜਾਂ ਫਿਰ ਜਿਹੜੇ ਲੋਕ ਕੰਮ ਦੇ ਉੱਪਰ ਜਾਣਗੇ, ਉਹ ਇਸ ਚੀਜ਼ ਨੂੰ ਤਵੱਜੋ ਦੇਣ ਕਿ ਉਹ ਟ੍ਰਾਂਜ਼ਿਟ ਦੀ ਵਰਤੋਂ ਕਰਨ ਤਾਂ ਕਿ ਟ੍ਰੈਫਿਕ ਜ਼ਿਆਦਾ ਇਕੱਠੀ ਨਾ ਹੋਵੇ। ਕੈਨੇਡਾ ਵਿੱਚ ਬੇਸਮੈਂਟ ਲੈਣੀ ਕਾਫੀ ਮਹਿੰਗੀ ਹੋ ਰਹੀ ਹੈ। ਕਿਰਾਏ ਦੇ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਪਹਿਲਾਂ ਦੇ ਮੁਕਾਬਲੇ ਘਰ, ਬੇਸਮੈਂਟ, ਅਪਾਰਟਮੈਂਟ ਦੀ ਜੋ ਕਿਰਾਏ ਦੀਆਂ ਕੀਮਤਾਂ ਨੇ ਉਸ ਵਿੱਚ ਕਾਫੀ ਵਾਧਾ ਹੋਇਆ, ਜਿਸ ਬਾਰੇ ਲਗਾਤਾਰ ਅਪਡੇਟ ਸਾਂਝੀ ਕੀਤੀ ਜਾ ਰਹੀ ਹੈ। ਕਿਰਾਇਆ ਲਗਾਤਾਰ ਵਧ ਰਿਹਾ ਹੈ ਤੇ ਕਿਰਾਏਦਾਰ ਵੀ ਇਸ ਸੰਬੰਧੀ ਆਪਣਾ ਪੱਖ ਰੱਖਦੇ ਹੋਏ ਦਿਖਾਈ ਦੇ ਰਹੇ ਨੇ। ਮਹੀਨਾਵਾਰ ਰਿਪੋਰਟ ਸਾਹਮਣੇ ਆਈ, ਜਿਸ ਤੋਂ ਪਤਾ ਚੱਲਿਆ ਹੈ ਕਿ ਸਾਲ 2022 ਦੌਰਾਨ ਕੈਨੇਡਾ ਵਿੱਚ ਕਿਰਾਇਆ 15.4% ਵੱਧ ਦਰਜ ਕੀਤਾ ਗਿਆ। ਇਸ ਨਵੇਂ ਅੰਕੜੇ ਤੋਂ ਪਤਾ ਚੱਲਿਆ ਹੈ ਕਿ ਕੈਨੇਡਾ ਦੇ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਇੱਕ ਵਾਰ ਫਿਰ ਤੋਂ ਕਿਰਾਏ ਵਿੱਚ ਵਾਧਾ ਦਰਜ ਕੀਤਾ ਗਿਆ। ਇਸ ਬਾਰੇ rentals.canada ਵੱਲੋਂ ਅਪਡੇਟ ਜਾਰੀ ਕੀਤੀ ਗਈ ਹੈ, ਜਿੱਥੇ ਉਹਨਾਂ ਨੇ ਦੱਸਿਆ ਕਿ ਸਤੰਬਰ ਮਹੀਨੇ ਦੌਰਾਨ ਕੈਨੇਡਾ ਵਿੱਚ ਮੰਥਲੀ ਰੈਂਟ $2043 ਰਿਹਾ, ਜਿਸ ਦਾ ਮਤਲਬ ਹੈ ਕਿ ਮਹੀਨਾਵਾਰ ਇਸ ਦੇ ਵਿੱਚ ਹੁਣ ਵਾਧਾ ਦਰਜ ਕੀਤਾ ਜਾ ਰਿਹਾ ਹੈ। ਅਪ੍ਰੈਲ 2021 ਦੀ ਤੁਲਨਾ ਵਿੱਚ ਇਸ ਅੰਦਰ 21.9% ਦਾ ਵਾਧਾ ਦੱਸਿਆ ਜਾ ਰਿਹਾ ਹੈ।
ਸਤੰਬਰ ਮਹੀਨੇ ਦੌਰਾਨ ਸਿੰਗਲ ਫੈਮਿਲੀ ਹੋਮਸ ਵਾਸਤੇ ਕਿਰਾਇਆ $3014 ਪ੍ਰਤੀ ਮਹੀਨਾ ਦਰਜ ਕੀਤਾ ਗਿਆ, ਜੋ ਕਿ ਪਹਿਲਾਂ ਦੇ ਮੁਕਾਬਲੇ 12.1% ਵੱਧ ਰਿਹਾ। ਸਤੰਬਰ 2021 ਦੌਰਾਨ ਪਰ ਸਕੁਆਇਰ ਫੁੱਟ ਰੈਂਟ $1.62 ਸੀ। ਇਸ ਤੋਂ ਇਲਾਵਾ ਪਤਾ ਚੱਲਿਆ ਹੈ ਕਿ ਬੇਸਮੈਂਟ ਅਪਾਰਟਮੈਂਟਸ ਦੇ ਕਿਰਾਏ ਦੇ ਵਿੱਚ ਵੀ ਪਹਿਲਾਂ ਦੇ ਮੁਕਾਬਲੇ ਵਾਧਾ ਹੋਇਆ ਹੈ। ਬੇਸਮੈਂਟ ਯੂਨਿਟ ਦੇ ਵਿੱਚ ਹੁਣ ਮਹੀਨੇ ਦੇ $200 ਵੱਧ ਮੰਗੇ ਜਾ ਰਹੇ ਨੇ ਤੇ ਟਾਊਨ ਹਾਊਸਿਸ ਵਾਸਤੇ ਇਹ ਮੰਗ $450 ਦੀ ਹੈ। ਜੇਕਰ ਅਲੱਗ-ਅਲੱਗ ਸੂਬਿਆਂ ਦੀ ਗੱਲ ਕੀਤੀ ਜਾਵੇ ਤਾਂ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਸਤੰਬਰ 2022 ਦੌਰਾਨ ਕਿਰਾਇਆ $2,682 ਸੀ। ਇਸ ਵਿੱਚ ਸਾਲਾਨਾ 31% ਦਾ ਵਾਧਾ ਦੱਸਿਆ ਗਿਆ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਹ ਕਿਰਾਇਆ $2,453 ਦਾ ਦੱਸਿਆ ਗਿਆ। ਨਿਊ ਫਾਊਂਡਲੈਂਡ ਐਂਡ ਲੈਬਰਾਡੋਰ ਦੇ ਵਿੱਚ ਵੀ ਕਿਰਾਇਆ 29.7% ਵੱਧ ਦੱਸਿਆ ਜਾ ਰਿਹਾ ਹੈ। ਅਪਾਰਟਮੈਂਟਸ ਦੇ ਮੁਕਾਬਲੇ ਵੈਨਕੂਵਰ ਦੇ ਵਿੱਚ ਸਭ ਤੋਂ ਵੱਧ ਕਿਰਾਇਆ ਹੈ। ਟੋਰਾਂਟੋ ਦੇ ਵਿੱਚ ਇਸ ਅੰਦਰ 31.2% ਦਾ ਵਾਧਾ ਅਤੇ ਓਨਟਾਰੀਓ ਦੇ ਵਿੱਚ 33.1% ਦਾ ਦੱਸਿਆ ਜਾ ਰਿਹਾ ਹੈ। ਕੈਨੇਡਾ ਦੇ ਇੱਕ ਹਿੱਸੇ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਟਰੱਕ ਦੀ ਗੱਡੀ ਦੇ ਨਾਲ ਟੱਕਰ ਹੋਈ ਹੈ। 2 ਜਾਣਿਆਂ ਦੀ ਹਾਦਸੇ ਦੇ ਵਿੱਚ ਮੌਤ ਹੋ ਗਈ। ਇਸ ਤੋਂ ਇਲਾਵਾ ਜੋ ਟਰੱਕ ਨੂੰ ਚਲਾਉਣ ਵਾਲਾ ਡਰਾਈਵਰ ਸੀ ਉਹ ਜ਼ਖਮੀ ਨਹੀਂ ਹੋਇਆ। ਇਸ ਬਾਰੇ ਡਿਟੇਲ ਪੁਲਿਸ ਵੱਲੋਂ ਜਨਤਕ ਕੀਤੀ ਗਈ ਹੈ, ਪਰ ਪੀੜਤਾਂ ਦੇ ਨਾਮ ਅਜੇ ਨਹੀਂ ਦੱਸੇ ਗਏ। ਮਿਸੀਸਾਗਾ ਵਿੱਚ ਇੱਕ ਹਾਦਸਾ ਵਾਪਰਿਆ ਜਿੱਥੇ 2 ਜਾਣਿਆਂ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਨੇ, ਜਿੱਥੇ ਇੱਕ ਟਰਾਂਸਪੋਰਟ ਟਰੱਕ ਦੀ SUV ਦੇ ਨਾਲ ਟੱਕਰ ਹੋਈ ਹੈ। ਅਧਿਕਾਰੀਆਂ ਦੇ ਦੱਸਣ ਮੁਤਾਬਕ ਇਹ ਮਾਮਲਾ 4 ਵਜੇ ਦੇ ਕਰੀਬ ਹੋਰ ਓਨਟਾਰੀਓ ਸਟਰੀਟ ਦੇ ਨੇੜਿਓਂ ਸਾਹਮਣੇ ਆਇਆ। ਆਫੀਸਰਸ ਦਾ ਕਹਿਣਾ ਹੈ ਕਿ SUV ਦੇ ਵਿੱਚ ਸਵਾਰ 2 ਜਾਣਿਆਂ ਦੀ ਮੌਕੇ ਵਾਲੀ ਥਾਂ ਦੇ ਉੱਪਰ ਹੀ ਮੌਤ ਹੋ ਗਈ। ਫਿਲਹਾਲ ਇਹਨਾਂ ਦੀ ਪਹਿਚਾਣ ਪੁਲਿਸ ਵੱਲੋਂ ਜਨਤਕ ਨਹੀਂ ਕੀਤੀ ਗਈ। ਜੋ ਟਰਾਂਸਪੋਰਟ ਟਰੱਕ ਨੂੰ ਚਲਾਉਣ ਵਾਲਾ ਡਰਾਈਵਰ ਸੀ ਉਸ ਦਾ ਬਚਾਅ ਰਿਹਾ, ਉਸ ਨੂੰ ਕੋਈ ਵੀ ਸੱਟਾਂ ਨਹੀਂ ਆਈਆਂ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਸੰਬੰਧੀ ਵਧੇਰੇ ਜਾਂਚ ਪੜਤਾਲ ਕਰ ਰਹੇ ਨੇ। ਇਸ ਤੋਂ ਇਲਾਵਾ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਘਟਨਾ ਦੇ ਬਾਰੇ ਕੋਈ ਜਾਣਕਾਰੀ ਹੋਵੇ ਜਾਂ ਕਿਸੇ ਕੋਲ ਕੋਈ ਡੈਸ਼ ਕੈਮ ਵੀਡੀਓ ਹੋਵੇ ਤਾਂ ਪੁਲਿਸ ਅਧਿਕਾਰੀਆਂ ਦੇ ਨਾਲ ਜ਼ਰੂਰ ਸੰਪਰਕ ਕਰਨ ਤੇ ਉਹਨਾਂ ਨਾਲ ਇਹ ਵੀਡੀਓ ਸਾਂਝੀ ਕੀਤੀ ਜਾਵੇ। ਹੁਣ ਤੱਕ ਦੀ ਅਪਡੇਟ ਦੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਇਸ ਮਾਮਲੇ ਦੇ ਸੰਬੰਧ ਵਿੱਚ ਵਧੇਰੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਅਗਲੀ ਅਪਡੇਟ ਜਾਰੀ ਕੀਤੀ ਜਾਵੇਗੀ। ਅਮਰੀਕਾ ਦੇ ਵਿੱਚ ਹਥਿਆਰਾਂ ਤੇ ਬੈਨ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇੱਕ ਵਾਰ ਫਿਰ ਤੋਂ ਰਾਸ਼ਟਰਪਤੀ ਜੋ ਬਾਈਡਨ ਨੇ ਆਪਣੀ ਗੱਲ ਦੁਹਰਾਈ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਅਮਰੀਕਾ ਵਿੱਚ ਹਥਿਆਰ ਰੋਕੇ ਜਾਣਗੇ। ਪਿਛਲੇ ਦਿਨੀ ਜੋ ਭਿਆਨਕ ਗੋਲੀਬਾਰੀ ਦੇ ਮਾਮਲੇ ਸਾਹਮਣੇ ਆਏ ਉਸ ਤੋਂ ਬਾਅਦ ਰਾਸ਼ਟਰਪਤੀ ਨੇ ਟਿੱਪਣੀ ਕੀਤੀ। ਬਾਈਡਨ ਪ੍ਰਸ਼ਾਸਨ ਵੱਲੋਂ ਇੱਕ ਵਾਰ ਫਿਰ ਤੋਂ ਹਥਿਆਰਾਂ ਤੇ ਸਖਤੀ ਦੀ ਤਿਆਰੀ ਕੀਤੀ ਜਾ ਰਹੀ ਹੈ। ਉਹਨਾਂ ਵੱਲੋਂ ਇੱਕ ਵਾਰ ਫਿਰ ਤੋਂ ਪਾਬੰਦੀ ਲਗਾਉਣ ਦਾ ਜ਼ਿਕਰ ਕੀਤਾ ਗਿਆ। ਜੀ ਹਾਂ, ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਹਥਿਆਰਾਂ ਤੇ ਪਾਬੰਦੀ ਲਗਾਉਣ ਦੇ ਆਪਣੇ ਫੈਸਲੇ ਨੂੰ ਇੱਕ ਵਾਰ ਫਿਰ ਤੋਂ ਦੁਹਰਾਇਆ। ਇਹ ਵਿਚਾਰ ਬਾਈਡਨ ਵੱਲੋਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਸਾਂਝੇ ਕੀਤੇ ਗਏ, ਜਿੱਥੇ ਉਹਨਾਂ ਕਿਹਾ ਕਿ ਮੈਂ ਹਮਲੇ ਦੇ ਹਥਿਆਰਾਂ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕਰਨ ਜਾ ਰਿਹਾ ਹਾਂ। ਦੱਸੀਏ ਕਿ ਇਹ ਟਿੱਪਣੀ ਉਸ ਵੇਲੇ ਸਾਹਮਣੇ ਆਈ ਜਦੋਂ ਹਾਈ ਪ੍ਰੋਫਾਈਲ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ। ਦਰਅਸਲ ਨਾਈਟ ਕਲੱਬ ਦੇ ਵਿੱਚ ਵੀਕਐਂਡ ਦੌਰਾਨ ਗੋਲੀਬਾਰੀ ਹੋਈ, ਜਿੱਥੇ ਇੱਕ ਬੰਦੂਕਧਾਰੀ ਵੱਲੋਂ ਰਾਈਫਲ ਚਲਾ ਦਿੱਤੀ ਗਈ। ਇਸ ਮਾਮਲੇ ਵਿੱਚ 5 ਜਾਣਿਆਂ ਦੀ ਮੌਤ ਹੋ ਗਈ ਤੇ 19 ਹੋਰ ਜ਼ਖਮੀ ਹੋਏ। ਰਾਸ਼ਟਰਪਤੀ ਵੱਲੋਂ ਕਿਹਾ ਗਿਆ ਕਿ ਮੈਂ ਇਹਨਾਂ ਗੋਲੀਬਾਰੀ ਦੀਆਂ ਘਟਨਾਵਾਂ ਤੋਂ ਦੁਖੀ ਹੋ ਗਿਆ ਹਾਂ ਤੇ ਸਾਡੇ ਕੋਲ ਬੰਦੂਕ ਖਿਲਾਫ ਸਖਤ ਕਾਨੂੰਨ ਹੋਣੇ ਚਾਹੀਦੇ ਹਨ। ਦੱਸਣਯੋਗ ਹੈ ਕਿ ਅਮਰੀਕਾ ਵਿੱਚ ਇਸ ਸਾਲ ਹੁਣ ਤੱਕ 600 ਤੋਂ ਵੱਧ ਗੋਲੀਬਾਰੀ ਦੇ ਮਾਮਲੇ ਸਾਹਮਣੇ ਆਏ। ਪਿਛਲੇ ਸਾਲ ਦੇਸ਼ ਵਿੱਚ 690 ਸਮੂਹਿਕ ਗੋਲੀਬਾਰੀ ਦੇ ਮਾਮਲੇ ਦਰਜ ਕੀਤੇ ਗਏ, ਜੋ ਕਿ ਸਾਲ 2020 ਦੇ ਵਿੱਚ 610 ਅਤੇ ਸਾਲ 2019 ਦੇ ਵਿੱਚ 617 ਦੱਸੇ ਗਏ। ਪਿਛਲੇ ਸਾਲ ਬ੍ਰਿਟਿਸ਼ ਕੋਲੰਬੀਆ ਸੂਬੇ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਹਾਕੀ ਖਿਡਾਰੀਆਂ ਦੀ ਮੌਤ ਹੋ ਗਈ। ਇਹਨਾਂ ਹਾਕੀ ਖਿਡਾਰੀਆਂ ਦੀ ਮੌਤ ਕਿਉਂ ਹੋਈ, ਇਸ ਦੇ ਕਾਰਨ ਹੁਣ ਸਾਂਝੇ ਕੀਤੇ ਗਏ। ਦੱਸਿਆ ਜਾ ਰਿਹਾ ਹੈ ਕਿ ਸ਼ਰਾਬ ਪੀ ਕੇ ਗੱਡੀ ਚਲਾਈ ਜਾ ਰਹੀ ਸੀ। ਗੱਡੀ ਕਾਫੀ ਤੇਜ਼ ਸਪੀਡ ਦੇ ਵਿੱਚ ਸੀ, ਜਿਸ ਕਾਰਨ ਹਾਦਸਾ ਵਾਪਰਿਆ ਤੇ ਉਹਨਾਂ ਦੀ ਜਾਨ ਚਲੀ ਗਈ। ਪਿਛਲੇ ਸਾਲ ਬ੍ਰਿਟਿਸ਼ ਕੋਲੰਬੀਆ 'ਚ ਹੋਏ ਸੜਕ ਹਾਦਸੇ ਦੀ ਰਿਪੋਰਟ ਆਈ ਸਾਹਮਣੇ। ਓਵਰ ਸਪੀਡਿੰਗ ਦੇ ਕਾਰਨ 3 ਹਾਕੀ ਪਲੇਅਰਸ ਦੀ ਗਈ ਸੀ ਜਾਨ। ਰਿਪੋਰਟ ਦੇ ਅਨੁਸਾਰ ਸ਼ਰਾਬ ਅਤੇ ਸਪੀਡ ਦੁਖਦਾਈ ਟੱਕਰ ਦੇ ਮੁੱਖ ਕਾਰਨ ਸਨ, ਜਿਸ ਵਿੱਚ ਪਿਛਲੇ ਸਾਲ ਬ੍ਰਿਟਿਸ਼ ਕੋਲੰਬੀਆ ਦੇ ਲੋਅਰ ਮੈਨਲੈਂਡ ਵਿੱਚ 3 ਜੂਨੀਅਰ ਹਾਕੀ ਖਿਡਾਰੀਆਂ ਦੀ ਮੌਤ ਹੋ ਗਈ ਸੀ। 17 ਸਾਲਾ ਪਾਰਕਰ ਮੈਗਨਸਨ, 16 ਸਾਲਾ ਕੈਲਬ ਰੀਮਰ ਅਤੇ 16 ਸਾਲਾ ਰੋਨਿਨ ਸ਼ਰਮਾ ਦੀਆਂ ਮੌਤਾਂ ਨੇ ਹਾਕੀ ਭਾਈਚਾਰੇ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਉਸ ਵੇਲੇ NHL, ਹੰਬੋਲਟ ਬ੍ਰੋਂਕੋਸ ਅਤੇ ਹੋਰ ਬਹੁਤ ਸਾਰੇ ਲੋਕਾਂ ਵੱਲੋਂ ਸੋਗ ਪ੍ਰਗਟਾਵਾ ਕੀਤਾ ਗਿਆ ਸੀ।
ਰਿਪੋਰਟ ਦੇ ਅਨੁਸਾਰ ਕਾਰ ਦੇ ਔਨਬੋਰਡ ਕੰਪਿਊਟਰ ਤੋਂ ਪਤਾ ਚੱਲਿਆ ਕਿ ਕਾਰ ਦੀ ਸਪੀਡ ਨੂੰ 20 ਦੀ ਸਪੀਡ ਤੋਂ 187 ਕਿਲੋਮੀਟਰ ਦੀ ਸਪੀਡ ਤੱਕ ਲਿਆਂਦਾ ਗਿਆ ਸੀ। ਇਸ ਤੋਂ ਇਲਾਵਾ ਰਿਪੋਰਟ 'ਚ ਇਹ ਵੀ ਸਾਹਮਣੇ ਆਇਆ ਕਿ ਮੈਗਨਸਨ ਜੋ ਕਿ ਉਸ ਵੇਲੇ ਡਰਾਈਵ ਕਰ ਰਹੇ ਸਨ, ਸ਼ਰਾਬ ਪੀਤੀ ਹੋਈ ਸੀ, ਜਿਸ ਕਰਕੇ ਟੱਕਰ ਤੋਂ ਬਾਅਦ ਨੌਜਵਾਨ ਦੋਸਤਾਂ ਦੀ ਉਸੇ ਸਮੇਂ ਮੌਤ ਹੋ ਗਈ। ਐਜੂਕੇਸ਼ਨਲ ਵਰਕਰਾਂ ਵੱਲੋਂ ਇੱਕ ਵਾਰ ਫਿਰ ਤੋਂ ਹੜਤਾਲ ਦੇ ਉੱਪਰ ਜਾਣ ਦਾ ਐਲਾਨ ਕੀਤਾ ਗਿਆ ਤੇ ਓਨਟਾਰੀਓ ਸਰਕਾਰ ਦੇ ਪਾਸਿਓਂ ਵੀ ਇਸ ਬਾਰੇ ਜਾਣਕਾਰੀ ਸਾਹਮਣੇ ਆਈ, ਜਿੱਥੇ ਹੁਣ ਵਰਕਰਾਂ ਦੇ ਅੱਗੇ ਨਵਾਂ ਪ੍ਰਸਤਾਵ ਰੱਖਿਆ ਗਿਆ। ਇਸ ਪ੍ਰਸਤਾਵ ਨੂੰ ਲੈ ਕੇ VOTING ਸ਼ੁਰੂ ਹੋ ਚੁੱਕੀ ਹੈ। ਓਨਟਾਰੀਓ ਸਰਕਾਰ ਵੱਲੋਂ ਜੋ ਪ੍ਰਸਤਾਵ ਦਿੱਤਾ ਗਿਆ ਉਸ ਸੰਬੰਧੀ ਐਜੂਕੇਸ਼ਨ ਵਰਕਰਾਂ ਵੱਲੋਂ VOTING ਸ਼ੁਰੂ ਕਰ ਦਿੱਤੀ ਗਈ। ਜੀ ਹਾਂ, ਕੈਨੇਡੀਅਨ ਯੂਨੀਅਨ ਆਫ ਪਬਲਿਕ ਇੰਪਲਾਈਜ਼ ਦੇ ਵਰਕਰਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਹਰ ਸਾਲ $1 ਪ੍ਰਤੀ ਘੰਟਾ ਵਧਾਉਣ ਜਾਂ ਫਿਰ ਵਰਕਰ ਵਾਸਤੇ ਔਸਤ ਲਗਭਗ 3.59% ਸਾਲਾਨਾ ਵਾਧੇ ਦਾ ਪ੍ਰਸਤਾਵ ਰੱਖਿਆ ਗਿਆ। ਕੈਨੇਡੀਅਨ ਯੂਨੀਅਨ ਆਫ ਪਬਲਿਕ ਇੰਪਲਾਈਜ਼ 55,000 ਐਜੂਕੇਸ਼ਨ ਵਰਕਰਾਂ ਦੀ ਨੁਮਾਇੰਦਗੀ ਕਰਦਾ ਹੈ। ਹੁਣ ਯੂਨੀਅਨ ਦੀ ਪ੍ਰਧਾਨ ਵੱਲੋਂ ਇਸ ਪੇਸ਼ਕਸ਼ ਦੇ ਉੱਪਰ ਆਪਣੇ ਵਿਚਾਰ ਸਾਂਝੇ ਕੀਤੇ ਗਏ। ਪ੍ਰਸਤਾਵ ਨੂੰ ਮਨਜ਼ੂਰ ਕਰਨ ਜਾਂ ਫਿਰ ਨਾ ਕਰਨ ਬਾਰੇ ਵੋਟਾਂ ਅੱਜ ਤੋਂ ਸ਼ੁਰੂ ਹੋ ਕੇ 5 ਦਸੰਬਰ ਤੱਕ ਜਾਰੀ ਰਹਿਣਗੀਆਂ। ਵੋਟਾਂ ਦੇ ਨਤੀਜੇ ਅਗਲੇ ਦਿਨ 6 ਦਸੰਬਰ ਨੂੰ ਜਾਰੀ ਕੀਤੇ ਜਾਣਗੇ। ਜੇਕਰ ਯੂਨੀਅਨ ਦੇ ਮੈਂਬਰ ਸੌਦੇ ਨੂੰ ਅਸਵੀਕਾਰ ਕਰਨ ਵਾਸਤੇ ਵੋਟ ਦਿੰਦੇ ਨੇ ਤਾਂ ਯੂਨੀਅਨ ਅਤੇ ਸਰਕਾਰ ਮੁੜ ਤੋਂ ਮੇਜ਼ ਤੇ ਵਾਪਸ ਆ ਸਕਦੀਆਂ ਨੇ ਤੇ ਯੂਨੀਅਨ ਇੱਕ ਹੋਰ ਹੜਤਾਲ ਦਾ ਨੋਟਿਸ ਦੇ ਸਕਦੀ ਹੈ। ਓਨਟਾਰੀਓ ਦੇ ਐਜੂਕੇਸ਼ਨ ਮਿਨਿਸਟਰ ਸਟੀਫਨ ਨੇ ਕਿਹਾ ਕਿ ਉਹ ਇਹ ਮਸਲੇ ਨੂੰ ਹੱਲ ਕਰਨ ਵਾਸਤੇ ਐਜੂਕੇਸ਼ਨ ਵਰਕਰਾਂ ਦਾ ਧੰਨਵਾਦ ਕਰਨਾ ਚਾਹੁੰਦੇ ਨੇ। ਮਿਨਿਸਟਰ ਦਾ ਕਹਿਣਾ ਹੈ ਕਿ ਮੈਂ ਧੰਨਵਾਦੀ ਹਾਂ ਕਿ ਅਸੀਂ ਆਪਣੇ ਬੱਚਿਆਂ ਦੇ ਹਿੱਤ ਵਿੱਚ ਇਕੱਠੇ ਹੋਏ ਅਤੇ ਉਹਨਾਂ ਨੂੰ ਪਹਿਲ ਦਿੱਤੀ। ਦੱਸ ਦਈਏ ਕਿ ਕੈਨੇਡੀਅਨ ਯੂਨੀਅਨ ਆਫ ਪਬਲਿਕ ਇੰਪਲਾਈਜ਼ ਵੱਲੋਂ ਮੁੜ ਤੋਂ ਹੜਤਾਲ ਤੇ ਜਾਣ ਵਾਸਤੇ ਨੋਟਿਸ ਦਿੱਤਾ ਗਿਆ। ਇਸ ਨੋਟਿਸ ਤੋਂ ਬਾਅਦ ਮਿਨਿਸਟਰ ਸਟੀਫਨ ਨੇ ਕਿਹਾ ਕਿ ਉਹਨਾਂ ਨੂੰ ਲੱਗਦਾ ਹੈ ਕਿ ਇਹ ਬੱਚਿਆਂ ਨਾਲ ਪੂਰੀ ਤਰ੍ਹਾਂ ਬੇਇਨਸਾਫੀ ਹੈ। ਹੁਣ ਤੁਹਾਨੂੰ ਦੱਸਦੇ ਹਾਂ ਕਿ ਆਖਿਰਕਾਰ ਪੂਰਾ ਮਸਲਾ ਕੀ ਹੈ। ਦਰਅਸਲ ਸ਼ੁਰੂਆਤ ਦੇ ਵਿੱਚ ਯੂਨੀਅਨ ਵੱਲੋਂ ਤਨਖਾਹਾਂ ਵਿੱਚ ਸਾਲਾਨਾ 11.7% ਵਾਧੇ ਦੀ ਮੰਗ ਰੱਖੀ ਗਈ ਸੀ, ਜਿਸ ਦੇ ਜਵਾਬ ਵਿੱਚ ਸਰਕਾਰ ਨੇ $40,000 ਸਾਲਾਨਾ ਤੋਂ ਘੱਟ ਕਮਾਉਣ ਵਾਲੇ ਵਰਕਰਾਂ ਨੂੰ ਸਾਲਾਨਾ 2% ਵਾਧਾ ਅਤੇ ਬਾਕੀਆਂ ਵਾਸਤੇ ਸਾਲਾਨਾ 1.25% ਵਾਧੇ ਦੀ ਪੇਸ਼ਕਸ਼ ਕੀਤੀ। ਯੂਨੀਅਨ ਦਾ ਕਹਿਣਾ ਹੈ ਕਿ ਸਰਕਾਰ ਦੀ ਵਿਧੀ ਠੀਕ ਨਹੀਂ ਹੈ ਕਿਉਂਕਿ ਇਹ ਤਨਖਾਹਾਂ ਵਾਧੇ ਪ੍ਰਤੀ ਘੰਟਾ ਵੇਜ ਅਤੇ ਪੇ ਸਕੇਲ ਤੇ ਨਿਰਭਰ ਕਰਦੀਆਂ ਨੇ। ਇਸ ਕਾਰਨ ਜ਼ਿਆਦਾਤਰ ਵਰਕਰ ਜੋ ਕਿ $43,000 ਸਾਲਾਨਾ ਤੋਂ ਘੱਟ ਕਮਾਉਂਦੇ ਨੇ, ਉਹਨਾਂ ਨੂੰ 2.5% ਵਾਧਾ ਨਹੀਂ ਮਿਲੇਗਾ। ਸਰਕਾਰ ਅਤੇ ਵਰਕਰਾਂ ਦਰਮਿਆਨ ਗੱਲਬਾਤ ਕਿਸੇ ਸਿਰੇ ਨਾ ਚੜ੍ਹਨ ਲੱਗਣ ਤੋਂ ਬਾਅਦ ਯੂਨੀਅਨ ਨੇ ਹੜਤਾਲ ਸ਼ੁਰੂ ਕਰ ਦਿੱਤੀ ਸੀ। ਇਰਾਨੀ ਕੈਨੇਡੀਅਨਸ ਦੀ ਚਿੰਤਾ ਵਧੀ ਹੈ, ਉਹਨਾਂ ਦੀ ਚਿੰਤਾ ਦੇ ਵਿੱਚ ਵਾਧਾ ਹੋਇਆ ਤੇ ਉਹਨਾਂ ਨੂੰ ਧਮਕੀਆਂ ਮਿਲ ਰਹੀਆਂ ਨੇ। ਇਸ ਬਾਰੇ ਹੁਣ ਖਬਰ ਸਾਹਮਣੇ ਆ ਰਹੀ ਹੈ, ਜਿਸ ਦੀ ਡਿਟੇਲ ਤੁਹਾਨੂੰ ਦੇਵਾਂਗੇ ਇਸ ਖਬਰ ਦੇ ਵਿੱਚ ਕਿ ਆਖਿਰਕਾਰ ਉਹਨਾਂ ਨੂੰ ਕਿਉਂ ਧਮਕੀਆਂ ਮਿਲ ਰਹੀਆਂ ਹਨ। ਇਰਾਨੀ ਕੈਨੇਡੀਅਨਸ ਦੀਆਂ ਵੱਧ ਰਹੀਆਂ ਨੇ ਚਿੰਤਾਵਾਂ, ਮਿਲ ਰਹੀਆਂ ਨੇ ਉਹਨਾਂ ਨੂੰ ਧਮਕੀਆਂ। ਅੱਜਕੱਲ ਇਰਾਨੀ ਕੈਨੇਡੀਅਨਸ ਦੀਆਂ ਚਿੰਤਾਵਾਂ ਹੁਣ ਵੱਧ ਰਹੀਆਂ ਨੇ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਘਰਾਂ ਦੇ ਬਾਹਰ ਨਿਗਰਾਨੀ ਰੱਖੀ ਜਾ ਰਹੀ ਹੈ ਤੇ ਉਹਨਾਂ ਨੂੰ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਨੇ। ਉਹਨਾਂ ਦੇ ਕਹਿਣਾ ਹੈ ਕਿ ਉਹਨਾਂ ਨੂੰ ਧਮਕੀਆਂ ਭਰੀਆਂ ਕਾਲਾਂ ਅਤੇ ਸੈੱਲਫੋਨ ਨੰਬਰਾਂ ਉੱਤੇ ਟੈਕਸਟ ਸੁਨੇਹੇ ਮਿਲ ਰਹੇ ਨੇ। ਸੰਦੇਸ਼ਾਂ ਵਿੱਚ ਉਹਨਾਂ ਨੂੰ ਸੋਸ਼ਲ ਮੀਡੀਆ ਉੱਤੇ ਪੋਸਟ ਕਰਨਾ ਅਤੇ ਖਾਸ ਕਰ ਈਰਾਨ ਬਾਰੇ ਬੋਲਣਾ ਬੰਦ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ। ਇੱਥੇ ਇੱਕ ਹੋਰ ਵਿਅਕਤੀ ਨੂੰ ਸਥਾਨਕ ਕੈਨੇਡੀਅਨ ਨੰਬਰਾਂ ਤੋਂ ਕਈ ਫੋਨ ਕਾਲਾਂ ਪ੍ਰਾਪਤ ਹੋਈਆਂ, ਜਿਸ ਵਿੱਚ ਸਵਾਲ ਕੀਤਾ ਗਿਆ ਕਿ ਉਸ ਨੇ ਸੋਸ਼ਲ ਮੀਡੀਆ ਉੱਤੇ ਈਰਾਨ ਬਾਰੇ ਨਕਾਰਾਤਮਕ ਪੋਸਟ ਕਿਉਂ ਪਾਈ ਹੈ। ਦੱਸ ਦਈਏ ਕਿ ਇਹਨਾਂ तमाम ਚੀਜ਼ਾਂ ਦੇ ਜ਼ਰੀਏ ਈਰਾਨੀ ਕੈਨੇਡੀਅਨਸ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੈਨੇਡਾ ਵਿੱਚ ਫਲੂ ਦੇ ਮਾਮਲੇ ਵਧ ਰਹੇ ਨੇ, ਪਰ ਦੂਜੇ ਪਾਸੇ ਬੱਚਿਆਂ ਨੂੰ ਰਾਹਤ ਮਿਲੀ ਹੈ। ਬੱਚਿਆਂ ਵਿੱਚ ਜੋ ਫਲੂ ਦੇ ਮਾਮਲੇ ਸਨ ਉਹ ਪਹਿਲਾਂ ਦੇ ਮੁਕਾਬਲੇ ਘੱਟ ਹੋਏ ਨੇ। ਡਾਕਟਰ ਥੇਰੇਸਾ ਟੇਮ ਵੱਲੋਂ ਇਸ ਸਭ ਦਾ ਜ਼ਿਕਰ ਕੀਤਾ ਗਿਆ, ਜਿੱਥੇ ਉਹਨਾਂ ਨੇ ਹਾਲਾਤਾਂ ਦੇ ਬਾਰੇ ਬੋਲਦਿਆਂ ਕਿਹਾ ਕਿ ਮੌਜੂਦਾ ਸਮੇਂ ਕਾਫੀ ਫਲੂ ਦੇ ਮਾਮਲੇ ਵਧ ਰਹੇ ਹਨ ਤੇ ਵੀ ਸਲਾਹ ਦਿੱਤੀ ਗਈ ਹੈ ਕਿ ਕਿਹੜੀਆਂ ਖਾਸ ਗੱਲਾਂ ਦਾ ਧਿਆਨ ਰੱਖਿਆ ਜਾਵੇ। ਕੈਨੇਡਾ ਵਿੱਚ ਫਲੂ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਨੇ, ਇਹ ਕਹਿਣਾ ਹੈ ਡਾਕਟਰ ਥੇਰੇਸਾ ਟੇਮ ਦਾ। ਉਹਨਾਂ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਫਲੂ ਦੇ ਮਾਮਲੇ ਪਹਿਲਾਂ ਦੇ ਮੁਕਾਬਲੇ ਵਧਦੇ ਹੋਏ ਦਿਖਾਈ ਦੇ ਰਹੇ ਨੇ। ਇਸ ਤੋਂ ਇਲਾਵਾ ਡਾਕਟਰ ਟੇਮ ਨੇ ਕਿਹਾ ਕਿ ਬੱਚਿਆਂ ਵਿੱਚ ਸਾਹ ਦੇ ਵਾਇਰਸ ਦੇ ਮਾਮਲੇ ਪਹਿਲਾਂ ਦੇ ਮੁਕਾਬਲੇ ਘੱਟ ਹੋਏ। ਜੀ ਹਾਂ, ਕੈਨੇਡਾ ਦੀ ਚੀਫ ਪਬਲਿਕ ਹੈਲਥ ਆਫਿਸਰ ਡਾਕਟਰ ਥੇਰੇਸਾ ਟੇਮ ਦਾ ਕਹਿਣਾ ਹੈ ਕਿ ਦੇਸ਼ ਦੇ ਵਿੱਚ ਫਲੂ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਨੇ, ਜਦਕਿ ਬੱਚਿਆਂ ਦੇ ਵਿੱਚ ਸਾਹ ਦੇ ਵਾਇਰਸ ਦੇ ਮਾਮਲੇ ਘੱਟ ਹੋਏ। ਡਾਕਟਰ ਟੇਮ ਨੇ ਕਿਹਾ ਕਿ ਦੇਸ਼ ਵਿੱਚ ਫਲੂ ਦੇ ਮਾਮਲੇ ਤੇਜ਼ੀ ਨਾਲ ਵਧੇ। ਉਹਨਾਂ ਦਾ ਕਹਿਣਾ ਹੈ ਕਿ ਪਿਛਲੇ 2 ਸਾਲਾਂ ਦੌਰਾਨ ਫਲੂ ਦੇ ਬਹੁਤ ਘੱਟ ਮਾਮਲੇ ਸਾਹਮਣੇ ਆਏ। ਕੋਵਿਡ-19 ਸੰਬੰਧੀ ਪਾਬੰਦੀਆਂ ਦੇ ਵਿੱਚ ਢਿੱਲ ਤੋਂ ਬਾਅਦ ਫਲੂ ਅਤੇ ਸਾਹ ਦੀਆਂ ਬਿਮਾਰੀਆਂ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਰਹੇ ਨੇ।
ਕੈਨੇਡਾ ਦੇ ਹੈਲਥ ਮਿਨਿਸਟਰ ਨੇ ਕਿਹਾ ਕਿ ਆਸਟ੍ਰੇਲੀਆ ਤੋਂ ਬੱਚਿਆਂ ਦੇ ਬੁਖਾਰ ਅਤੇ ਦਰਦ ਦੀਆਂ 5 ਲੱਖ ਯੂਨਿਟਾਂ ਇੰਪੋਰਟ ਕੀਤੀਆਂ ਜਾ ਰਹੀਆਂ ਨੇ ਤੇ ਅਗਲੇ ਕੁਝ ਹਫ਼ਤਿਆਂ ਦੌਰਾਨ ਫਾਰਮੇਸੀਆਂ ਦੇ ਵਿੱਚ ਇਹ ਉਪਲਬਧ ਹੋ ਜਾਣਗੀਆਂ। ਕੈਨੇਡਾ ਵੱਲੋਂ ਬੱਚਿਆਂ ਦੇ ਦਰਦ ਅਤੇ ਬੁਖਾਰ ਦੇ ਦਰਦ ਦੀਆਂ ਦਵਾਈਆਂ ਦੀ 10 ਲੱਖ ਸ਼ੀਸ਼ੀਆਂ ਦੀ ਇੰਪੋਰਟ ਕੀਤੀ ਜਾ ਰਹੀ ਹੈ। ਦੇਸ਼ ਭਰ ਦੇ ਵਿੱਚ ਬੱਚਿਆਂ ਨੂੰ ਇਨਫਲੂਐਂਜ਼ਾ, ਕੋਵਿਡ-19 ਅਤੇ ਸਾਹ ਦੀਆਂ ਬਿਮਾਰੀਆਂ ਦੇ ਕਾਰਨ ਹਸਪਤਾਲਾਂ ਦੇ ਵਿੱਚ ਦਾਖਲ ਕੀਤਾ ਜਾ ਰਿਹਾ ਹੈ। ਹਸਪਤਾਲ ਸਟਾਫ ਅਤੇ ਬਿਸਤਰਿਆਂ ਦੀ ਘਾਟ ਦੇ ਨਾਲ ਜੂਝ ਰਹੇ ਨੇ। ਕੁਝ ਥਾਵਾਂ ਤੇ ਸਰਜਰੀਆਂ ਨੂੰ ਵੀ ਰੱਦ ਕਰਨਾ ਪੈ ਰਿਹਾ ਹੈ। ਲੋਕਾਂ ਵੱਲੋਂ ਛੁੱਟੀਆਂ ਦੌਰਾਨ ਘੁੰਮਣ ਦੀਆਂ ਯੋਜਨਾਵਾਂ ਦਾ ਜ਼ਿਕਰ ਕਰਦਿਆਂ ਡਾਕਟਰ ਟੀਮ ਦਾ ਕਹਿਣਾ ਹੈ ਕਿ 6 ਮਹੀਨੇ ਅਤੇ ਇਸ ਤੋਂ ਵੱਧ ਉਮਰ ਦੇ ਬੱਚਿਆਂ ਵਾਸਤੇ ਫਲੂ ਸ਼ਾਟ ਉਪਲਬਧ ਨੇ। ਐਕਸਪਰਟਸ ਨੇ ਕਿਹਾ ਕਿ ਲਗਾਤਾਰ ਹੱਥ ਧੋਣ ਅਤੇ ਮਾਸਕ ਆਦਿ ਸੰਬੰਧੀ ਧਿਆਨ ਦਿੱਤਾ ਜਾਵੇ ਤਾਂ ਕਿ ਜੋ ਬਿਮਾਰੀ ਹੈ ਜਾਂ ਫਿਰ ਫਲੂ ਉਸਦੇ ਫੈਲਾਅ ਨੂੰ ਰੋਕਿਆ ਜਾ ਸਕੇ। 4 ਦਿਨਾਂ ਦੇ ਵਿੱਚ 4 ਕਤਲ ਹੋਏ ਨੇ ਜਿਸ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਚੌਥਾ ਜੋ ਮਾਮਲਾ ਸਾਹਮਣੇ ਆਇਆ ਉਹ ਆਈਹਿਟ ਵੱਲੋਂ ਇਨਵੈਸਟੀਗੇਟ ਕੀਤਾ ਜਾ ਰਿਹਾ ਹੈ। ਆਈਹਿਟ ਵੱਲੋਂ ਇਸ ਬਾਰੇ ਡਿਟੇਲ ਵੀ ਸਾਂਝੀ ਕੀਤੀ ਗਈ ਪਰ ਅਜੇ ਪੀੜਤ ਦੀ ਪਹਿਚਾਣ ਨਹੀਂ ਦੱਸੀ ਗਈ। 4 ਦਿਨਾਂ ਦੇ ਵਿੱਚ ਚੌਥਾ ਕਤਲ ਹੋ ਗਿਆ ਜਿਸ ਤੋਂ ਬਾਅਦ ਪੁਲਿਸ ਵੀ ਹੁਣ ਚਿੰਤਾ ਵਿੱਚ ਹੈ। ਇਹ ਜਾਣਕਾਰੀ ਲੋਅਰ ਮੀਨਲੈਂਡ ਤੋਂ ਸਾਹਮਣੇ ਆ ਰਹੀ ਹੈ ਜਿੱਥੇ 4 ਦਿਨਾਂ ਦੇ ਵਿੱਚ 4 ਕਤਲ ਦੇ ਮਾਮਲੇ ਸਾਹਮਣੇ ਆਏ। ਇਹ ਜੋ ਚੌਥਾ ਮਾਮਲਾ ਹੈ ਇਸ ਦੀ ਜਾਂਚ ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਵੱਲੋਂ ਕੀਤੀ ਜਾ ਰਹੀ ਹੈ। ਆਈਹਿਟ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਗਿਆ ਕਿ ਉਹਨਾਂ ਦਾ ਸਪੈਸ਼ਲਾਈਜ਼ਡ ਯੂਨਿਟ ਮੌਕੇ ਵਾਲੀ ਥਾਂ ਦੇ ਉੱਪਰ ਘਟਨਾ ਦੇ ਸੰਬੰਧ ਵਿੱਚ ਜਾਂਚ ਕਰਨ ਦੇ ਲਈ ਪਹੁੰਚਿਆ ਜਿੱਥੇ ਉਹਨਾਂ ਨੂੰ ਮੇਪਲ ਰਿਚ ਵਿੱਚ ਇੱਕ ਜਲੇ ਹੋਏ ਵਾਹਨ ਵਿੱਚੋਂ ਲਾਸ਼ ਬਰਾਮਦ ਹੋਈ ਹੈ। ਇਸ ਤੋਂ ਬਾਅਦ ਰਿਜ ਮੈਡੋਜ਼ RCMP ਵੱਲੋਂ ਮਾਮਲੇ ਦੀ ਜਾਣਕਾਰੀ ਨਿਊਜ਼ ਰਿਲੀਜ਼ ਦੇ ਵਿੱਚ ਸਾਂਝੀ ਕੀਤੀ ਗਈ ਜਿੱਥੇ ਉਹਨਾਂ ਨੇ ਕਿਹਾ ਕਿ ਅੱਧੀ ਰਾਤ ਵੇਲੇ ਸਸਪੀਸ਼ੀਅਸ ਡੈਥ ਦੀ ਘਟਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ 11:15 ਦੇ ਕਰੀਬ ਰਾਤ ਵੇਲੇ 256th ਸਟਰੀਟ ਦੇ 14300 ਬਲਾਕ ਤੋਂ ਸਾਹਮਣੇ ਆਇਆ। ਮਾਮਲੇ ਦੀ ਜਾਂਚ ਅਜੇ ਵੀ ਸ਼ੁਰੂਆਤੀ ਪੜਾਅ ਦੇ ਵਿੱਚ ਹੈ। ਅਜੇ ਇਸ ਸੰਬੰਧ ਵਿੱਚ ਬਹੁਤੀ ਡਿਟੇਲ ਜਨਤਕ ਨਹੀਂ ਕੀਤੀ ਗਈ ਤੇ ਨਾ ਹੀ ਇਹ ਸਪਸ਼ਟ ਕੀਤਾ ਗਿਆ ਕਿ ਇਸ ਮੌਤ ਦਾ ਕੋਈ ਵੀ ਲਿੰਕ ਲੋਅਰ ਮੀਨਲੈਂਡ ਗੈਂਗ ਕੌਨਫਲਿਕਟ ਦੇ ਨਾਲ ਹੈ ਜਾਂ ਫਿਰ ਨਹੀਂ। ਇੱਥੇ ਵੀ ਦੱਸਣਯੋਗ ਹੈ ਕਿ ਆਈਹਿਟ ਵੱਲੋਂ ਕੋਕਵਿਟਲਮ ਤੋਂ ਇੱਕ ਜੋ ਦੋਹਰਾ ਕਤਲ ਦਾ ਮਾਮਲਾ ਸਾਹਮਣੇ ਹੈ ਉਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਸ ਨੂੰ ਲੋਅਰ ਮੀਨਲੈਂਡ ਗੈਂਗ ਕੌਨਫਲਿਕਟ ਦੇ ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਹੈ। ਹੁਣ ਜੋ ਤਾਜ਼ਾ ਘਟਨਾ ਸਾਹਮਣੇ ਆਈ ਉਸ ਸੰਬੰਧੀ ਜਾਂਚ ਪੜਤਾਲ ਜਾਰੀ ਹੈ ਜਿਸ ਤੋਂ ਬਾਅਦ ਅਗਲੀ ਅਪਡੇਟ ਜਾਰੀ ਕੀਤੀ ਜਾਵੇਗੀ। ਫਿਲਹਾਲ ਪੀੜਤ ਦੀ ਪਹਿਚਾਣ ਅਜੇ ਜਨਤਕ ਨਹੀਂ ਕੀਤੀ ਗਈ। ਅਮਰੀਕਾ ਦੇ ਵਿੱਚ ਜੋ ਮਿਡਟਰਮ ਚੋਣਾਂ ਹੋਈਆਂ ਉੱਥੇ ਮੁਸਲਿਮ ਕਮਿਊਨਿਟੀ ਦਾ ਬੋਲਬਾਲਾ ਦੇਖਣ ਨੂੰ ਮਿਲਿਆ। ਜੋ ਨਤੀਜੇ ਸਾਹਮਣੇ ਆਏ ਉਹ ਰਿਕਾਰਡ ਤੋੜਨ ਵਾਲੇ ਸਨ। ਇਨ੍ਹਾਂ ਚੋਣਾਂ ਦੇ ਬਾਰੇ ਹੁਣ ਕਿਹੜੀ ਖਾਸ ਜਾਣਕਾਰੀ ਸਾਹਮਣੇ ਆਈ ਹੈ ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ਅਮਰੀਕਾ ਮਿਡਟਰਮਸ ਚੋਣਾਂ ਦੇ ਵਿੱਚ ਮੁਸਲਿਮ ਕਮਿਊਨਿਟੀ ਦਾ ਬੋਲਬਾਲਾ, ਰਿਕਾਰਡ ਤੋੜ ਨਤੀਜਿਆਂ ਨਾਲ ਜਿੱਤੀਆਂ ਸੀਟਾਂ। ਨਬੀਲਾ ਇਸਲਾਮ ਨੂੰ ਜਾਰਜੀਆ ਵਿੱਚ ਚੁਣੇ ਗਏ ਆਪਣੇ ਅਹੁਦੇ ਲਈ ਆਪਣੀ ਬੋਲੀ ਦੇ ਵਿੱਚ ਲੰਬਾ ਔਕੜਾਂ ਦਾ ਸਾਹਮਣਾ ਕਰਨਾ ਪਿਆ ਹੈ। ਦਰਅਸਲ 2 ਸਾਲ ਪਹਿਲਾਂ ਉਹ ਕਾਂਗਰਸ ਲਈ ਚੋਣਾਂ 'ਚ ਉਤਰੀ ਸੀ ਪਰ ਅਲੈਗਜ਼ੈਂਡਰੀਆ ਓਕਾਸੀਓ-ਕੋਰਟਸ ਤੋਂ ਉੱਚ ਪ੍ਰੋਫਾਈਲ ਸਮਰਥਨ ਦੇ ਬਾਵਜੂਦ ਡੈਮੋਕ੍ਰੈਟਿਕ ਪ੍ਰਾਇਮਰੀ ਵਿੱਚ ਹਾਰ ਗਈ ਸੀ। ਇਸ ਸਾਲ ਉਹ ਅਟਲਾਂਟਾ ਮੈਟਰੋ ਖੇਤਰ ਦੇ ਕੁਝ ਹਿੱਸਿਆਂ ਦੀ ਨੁਮਾਇੰਦਗੀ ਕਰਨ ਲਈ ਰਾਜ ਦੀ ਸੈਨੇਟ ਲਈ ਲੜੀ ਅਤੇ ਜਿੱਤ ਗਈ। ਨਬੀਲੀਆ ਨੇ ਕਿਹਾ ਕਿ ਲੋਕਾਂ ਨੇ ਸੋਚਿਆ ਕਿ ਇਹ ਨਾਮੁਮਕਿਨ ਸੀ ਕਿ ਦੱਖਣ ਵਿੱਚ ਕੋਈ ਇਸਲਾਮ ਦੇ ਆਖਰੀ ਨਾਮ ਵਾਲੀ ਔਰਤ ਨੂੰ ਵੋਟ ਦੇਵੇਗਾ ਪਰ ਨਬੀਲਾ ਨੇ ਕਿਹਾ ਕਿ ਲੋਕਾਂ ਨੇ ਵੋਟ ਦਿੱਤੀ। 53% ਲੋਕਾਂ ਨੇ ਵੋਟ ਪਾਈ ਤੇ ਉਸ ਨੂੰ ਜਿਤਾਇਆ ਹੈ। ਦੱਸ ਦਈਏ ਕਿ ਮੁਸਲਮਾਨਾਂ ਨੇ ਟੈਕਸਾਸ, ਇਲੀਨੋਇਸ, ਕੈਲੀਫੋਰਨੀਆ, ਮਿਨੀਸੋਟਾ, ਮੇਨ, ਓਹੀਓ ਅਤੇ ਪੈਂਸਿਲਵੇਨੀਆ ਵਿੱਚ ਵੀ ਸੀਟਾਂ ਜਿੱਤੀਆਂ ਨੇ। ਇਹ ਨਵੇਂ ਚੁਣੇ ਗਏ ਅਧਿਕਾਰੀ ਸੋਮਾਲੀ, ਪਾਕਿਸਤਾਨੀ, ਅਫਗਾਨ, ਭਾਰਤੀ ਅਤੇ ਫਲਸਤੀਨੀ ਸਮੇਤ ਵੱਖ-ਵੱਖ ਨਸਲੀ ਪਿਛੋਕੜਾਂ ਨੂੰ ਬਿਲੋਂਗ ਕਰਦੇ ਨੇ ਪਰ ਹੁਣ ਆਪਣੇ ਜਿੱਤੇ ਹੋਏ ਅਹੁਦਿਆਂ ਤੇ ਕੰਮ ਕਰਨਗੇ ਤੇ ਆਪਣੀ ਕਮਿਊਨਿਟੀ ਦਾ ਨਾਮ ਰੋਸ਼ਨ ਕਰਨਗੇ। ਸਾਬਕਾ ਰਾਸ਼ਟਰੀ ਸਲਾਹਕਾਰ ਵੱਲੋਂ ਸਾਬਕਾ ਰਾਸ਼ਟਰਪਤੀ ਦੇ ਉੱਪਰ ਨਿਸ਼ਾਨਾ ਸਾਧਿਆ ਗਿਆ ਜਿੱਥੇ ਟਰੰਪ ਦੇ ਕੰਮ ਦਾ ਉਹਨਾਂ ਵੱਲੋਂ ਜ਼ਿਕਰ ਕੀਤਾ ਗਿਆ। ਉਹ ਕਹਿੰਦੇ ਨੇ ਕਿ ਟਰੰਪ ਦਾ ਕੰਮ ਕਾਫੀ ਪੁਰਾਣਾ ਹੈ। ਸਾਬਕਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਨੇ ਕਿਹਾ ਕਿ ਟਰੰਪ ਦਾ ਕੰਮ ਪੁਰਾਣਾ ਤੇ ਥੱਕਿਆ ਹੋਇਆ। ਡੋਨਲਡ ਟਰੰਪ ਦੇ ਸਾਬਕਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੌਨ ਬੋਲਟਨ ਨੇ ਸਾਬਕਾ ਅਮਰੀਕੀ ਰਾਸ਼ਟਰਪਤੀ ਦੇ ਕੰਮ ਨੂੰ ਪੁਰਾਣਾ ਅਤੇ ਥੱਕਿਆ ਹੋਇਆ ਦੱਸਿਆ ਅਤੇ ਕਿਹਾ ਹੈ ਕਿ ਰਿਪਬਲਿਕਨ ਪਾਰਟੀ ਤਾਜ਼ੇ ਚਿਹਰੇ ਵੱਲ ਵਧਣ ਲਈ ਹੁਣ ਤਿਆਰ ਹੈ। ਦਰਅਸਲ ਬੋਲਟਨ ਇਸ ਮਹੀਨੇ ਦੀਆਂ ਮੱਧਕਾਲੀ ਚੋਣਾਂ ਵਿੱਚ ਰਿਪਬਲਿਕਨਾਂ ਦੇ ਕਮਜ਼ੋਰ ਪ੍ਰਦਰਸ਼ਨ ਤੋਂ ਬਾਅਦ ਟਰੰਪ ਦੀ ਨਿੰਦਾ ਕਰਨ ਵਾਲੇ ਨਵੀਨਤਮ ਸਾਬਕਾ ਵਾਈਟ ਹਾਊਸ ਅਧਿਕਾਰੀ ਹੈ ਜਿਸ ਨੇ ਹਾਰਨ ਵਾਲੀ ਸਟ੍ਰੀਕ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਹੈ ਤੇ ਲੋਕਾਂ ਨੂੰ ਯਕੀਨ ਦਿਵਾਇਆ ਕਿ ਉਹ ਪਾਰਟੀ ਦੀ ਮਦਦ ਕਰਨ ਦੀ ਬਜਾਏ ਹੁਣ ਦੁਖੀ ਹੋ ਰਿਹਾ ਹੈ।
ਬੋਲਟਨ ਨੇ ਸਵੀਕਾਰ ਕੀਤਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਪ੍ਰਾਇਮਰੀ ਵਿੱਚ ਟਰੰਪ ਦਾ ਸਮਰਥਨ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਲਈ ਬਹੁਤ ਕੀਮਤੀ ਹੋ ਸਕਦਾ ਹੈ, ਪਰ ਹੁਣ ਸਮਰਥਨ ਉੱਤੇ ਭਰੋਸਾ ਕਰਨਾ ਆਮ ਚੋਣਾਂ ਵਿੱਚ ਜ਼ਹਿਰੀਲਾ ਹੈ। ਇਸ ਲਈ ਜੇਕਰ ਤੁਸੀਂ ਅਸਲ ਵਿੱਚ ਚੋਣਾਂ ਜਿੱਤਣਾ ਚਾਹੁੰਦੇ ਹੋ ਤਾਂ ਟਰੰਪ ਉਸ ਦਾ ਜਵਾਬ ਨਹੀਂ ਹੈ। ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਜਦੋਂ ਕਿਸੇ ਦੇ ਨਾਲ ਡਿਨਰ ਕੀਤਾ ਗਿਆ ਤੇ ਉਸ ਦੀ ਕਾਫੀ ਚਰਚਾ ਹੋ ਗਈ। ਉਹਨਾਂ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਇਸ ਬਾਰੇ ਜੋ ਚਰਚਾ ਹੋ ਰਹੀ ਹੈ ਤੇ ਆਖਿਰਕਾਰ ਕਿਸ ਦੇ ਨਾਲ ਉਹਨਾਂ ਵੱਲੋਂ ਡਿਨਰ ਕੀਤਾ ਗਿਆ, ਤੁਹਾਨੂੰ ਦੱਸਾਂਗੀ ਸਾਰੀ ਜਾਣਕਾਰੀ ਇਸ ਖਬਰ ਦੇ ਵਿੱਚ। ਫਲੋਰੀਡਾ ਵਿੱਚ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਮੁਲਾਕਾਤ ਦੇ ਵੇਰਵੇ ਸਾਹਮਣੇ ਆਉਣ ਤੋਂ ਬਾਅਦ ਡੈਮੋਕ੍ਰੇਟਸ, ਐਂਟੀ ਰੇਸਿਸਟ ਗਰੁੱਪ ਅਤੇ ਕੁਝ ਰਿਪਬਲਿਕਨਾਂ ਨੇ ਡੋਨਲਡ ਟਰੰਪ ਦੀ ਨਿੰਦਾ ਕੀਤੀ ਹੈ। ਦਰਅਸਲ ਕਿਹਾ ਜਾ ਰਿਹਾ ਹੈ ਕਿ ਡੋਨਲਡ ਟਰੰਪ ਨੇ ਅਮਰੀਕਨ ਵਾਈਟ ਸੁਪਰਮੈਸਿਸਟ ਅਤੇ ਯਹੂਦੀ ਵਿਰੋਧੀ ਨਿਕ ਫੁੰਟਸ ਨਾਲ ਡਿਨਰ ਕੀਤਾ ਹੈ। ਇਹ ਮੀਟਿੰਗ ਸਾਬਕਾ ਅਮਰੀਕੀ ਰਾਸ਼ਟਰਪਤੀ ਅਤੇ ਸੱਜੇ ਪੱਖੀ ਲੋਕਾਂ ਨੂੰ ਸ਼ਾਮਲ ਕਰਨ ਵਾਲੀਆਂ ਘਟਨਾਵਾਂ ਦੀ ਇੱਕ ਲੰਬੀ ਲੜੀ ਵਿੱਚ ਤਾਜ਼ਾ ਘਟਨਾ ਹੈ। ਟਰੰਪ ਨੇ ਮੰਨਿਆ ਕਿ ਉਹ ਫਿਊਂਟਸ ਨੂੰ ਮਿਲਿਆ, ਜੋ ਕਿ ਆਪਣੇ ਪੋਡਕਾਸਟ ਉਤੇ ਆਪਣੇ ਕੱਟੜ ਨਸਲਵਾਦੀ ਅਤੇ ਯਹੂਦੀ ਵਿਰੋਧੀ ਵਿਚਾਰਾਂ ਬਾਰੇ ਖੁੱਲ੍ਹ ਕੇ ਬੋਲਦਾ ਹੈ। ਇਸ ਦੇ ਨਾਲ ਕੈਨੀ ਵੈਸਟ ਰੈਪਰ, ਜਿਸ ਨੂੰ ਹੁਣ ਇਹ ਵਜੋਂ ਜਾਣਿਆ ਜਾਂਦਾ ਹੈ, ਉਸ ਟਾਈਮ ਡਿਨਰ ਉੱਤੇ ਮੌਜੂਦ ਸਨ। ਟਰੰਪ ਨੇ ਕਿਹਾ ਕਿ ਉਹ ਨਹੀਂ ਜਾਣਦੇ ਸਨ ਕਿ ਫਿਊਂਟਸ ਰਾਤ ਦੇ ਖਾਣੇ ਉੱਤੇ ਮੌਜੂਦ ਹੋਣ ਜਾ ਰਿਹਾ ਸੀ ਅਤੇ ਉਸ ਨੂੰ ਨਹੀਂ ਪਤਾ ਕਿ ਉਹ ਕੌਣ ਸੀ। ਟਰੰਪ ਨੇ ਕਿਹਾ ਕਿ ਅਚਾਨਕ ਆਪਣੇ 3 ਦੋਸਤਾਂ ਦੇ ਨਾਲ ਉਹ ਆਏ, ਜਿਨ੍ਹਾਂ ਬਾਰੇ ਮੈਂ ਕੁਝ ਨਹੀਂ ਜਾਣਦਾ ਸੀ। ਹਾਲਾਂਕਿ ਡਿਨਰ ਉੱਤੇ ਮੌਜੂਦ ਇੱਕ ਵਿਅਕਤੀ ਨੇ ਕਿਹਾ ਕਿ ਟਰੰਪ ਫਿਊਂਟਸ ਤੋਂ ਪ੍ਰਭਾਵਿਤ ਹੋਏ ਸਨ। ਅਮਰੀਕਾ ਵਿੱਚ ਮੌਂਕੀਪੌਕਸ ਵਾਇਰਸ ਦੀ ਕੀ ਸਥਿਤੀ ਬਣੀ ਹੋਈ ਹੈ ਤੇ ਮੌਂਕੀਪੌਕਸ ਵਾਇਰਸ ਦੇ ਕੀ ਹਾਲਾਤ ਬਣੇ ਹੋਏ ਨੇ। ਰਿਪੋਰਟ ਸਾਹਮਣੇ ਆਈ ਜਿੱਥੇ ਪਤਾ ਚੱਲਿਆ ਕਿ ਪਹਿਲਾਂ ਦੇ ਮੁਕਾਬਲੇ ਮੌਂਕੀਪੌਕਸ ਵਾਇਰਸ ਦੇ ਮਾਮਲੇ ਕਾਫੀ ਹੱਦ ਤੱਕ ਘੱਟ ਹੋਏ ਨੇ। ਕੀ ਸਥਿਤੀ ਹੈ ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ਅਮਰੀਕਾ ਵਿੱਚ ਇਸ ਸਮੇਂ ਮੌਂਕੀਪੌਕਸ ਵਾਇਰਸ ਦੀ ਕੀ ਸਥਿਤੀ ਬਣੀ ਹੋਈ ਹੈ, ਇਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ। ਪਹਿਲਾਂ ਦੇ ਮੁਕਾਬਲੇ ਮੌਂਕੀਪੌਕਸ ਵਾਇਰਸ ਦੇ ਮਾਮਲੇ ਕਾਫੀ ਹੱਦ ਤੱਕ ਘੱਟ ਦਰਜ ਕੀਤੇ ਜਾ ਰਹੇ ਨੇ। ਹੁਣ ਵੱਖ-ਵੱਖ ਸਟੇਟਸ ਬਾਰੇ ਅਪਡੇਟ ਜਾਰੀ ਕਰਦਿਆਂ ਦੱਸਿਆ ਗਿਆ ਕਿ ਹੁਣ ਤੱਕ ਕਿੰਨੇ ਇਹਨਾਂ ਸੂਬਿਆਂ ਵਿੱਚ ਕੁੱਲ ਮੌਂਕੀਪੌਕਸ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। ਡਿਸਟ੍ਰਿਕਟ ਆਫ ਕੋਲੰਬੀਆ 497, ਨਿਊਯਾਰਕ 3948, ਜਾਰਜੀਆ 1815, ਕੈਲੀਫੋਰਨੀਆ 5010, ਫਲੋਰੀਡਾ 2543, ਮੈਰੀਲੈਂਡ 662, ਇਲੀਨੋਇਸ 1315, नेवाडा 267, टेक्सास 2372, न्यू जर्सी 720, वाशिंगटन 600, रोड आइलैंड 74, एरिजोना 474, पेंसिल्वेनिया 773, मैसाचुसेट्स 402, पोर्टोरिको 183, वर्जीनिया 484, लुजियाना 254, नॉर्थ कैरोलिना 566, ऑरिगन 216, यूटा 161, कोलोराडो 278, टेनेसी 309, मिनीसोटा 202, इंडियाना 234, साउथ कैरोलिना 172, मिसिसिपी 87, मिशिगन 266, अलाबामा 130, हायो 281, हवाई 34, न्यू हैम्पशायर 30, न्यू मैक्सिको 42, अरकानसास 59, नेब्रास्का 30, विस्कॉन्सिन 76, केंटुकी 56, ओक्लाहोमा 43, नॉर्थ डकोटा 6, वायोमिंग 4, अलास्का 5, वेस्ट वर्जीनिया 12, मोंटाना 6, कैंसस 14, वेरमोंट 3, ਸਾਊਥ ਡਕੋਟਾ ਤੋਂ 2 ਮੌਂਕੀਪੌਕਸ ਵਾਇਰਸ ਦੇ ਹੁਣ ਤੱਕ ਮਾਮਲੇ ਦਰਜ ਕੀਤੇ ਜਾ ਰਹੇ ਨੇ। ਇਸ ਬਾਰੇ ਸੀਡੀਸੀ ਵੱਲੋਂ ਸਾਰੀ ਅਪਡੇਟ ਜਾਰੀ ਕੀਤੀ ਗਈ ਹੈ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰੋ ਹੈਡਲਾਈਨਸ ਤੇ। ਭਾਰਤੀ ਵਿਦਿਆਰਥੀ ਨਾਲ ਕੈਨੇਡਾ ਵਿੱਚ ਵਾਪਰਿਆ ਹਾਦਸੇ ਵਿੱਚ ਗਈ ਅੰਤਰਰਾਸ਼ਟਰੀ ਵਿਦਿਆਰਥੀ ਦੀ ਜਾਨ। ਸਫ਼ਰ ਕਰਨ ਵਾਲਿਆਂ ਨੂੰ ਮਿਲੀ ਚੇਤਾਵਨੀ, ਵੀਕਐਂਡ ਮੌਕੇ ਹੋਵੇਗੀ ਭੀੜ। ਕੈਨੇਡਾ ਵਿੱਚ ਬੇਸਮੈਂਟ ਲੈਣੀ ਹੋਈ ਮਹਿੰਗੀ, ਕਿਰਾਏ ਵਿੱਚ 15% ਦਾ ਹੋਇਆ ਵਾਧਾ। ਟਰੱਕ ਤੇ ਗੱਡੀ ਦੀ ਟੱਕਰ, 2 ਦੀ ਮੌਕੇ ਤੇ ਹੋਈ ਮੌਤ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।